ਹੈਲੋ ਦੋਸਤੋ, ਦੋ ਸਿੰਗਲ ਫੇਸ ਟਰਾਂਸਫਾਰਮਰ ਤੇ ਸੀਰੀਜ਼ ਅਤੇ ਪੈਰਲਲ ਆਪਰੇਸ਼ਨ ਕਰਨ ਦੇ ਤਰੀਕੇ ਬਾਰੇ ਇਸ ਐਕਸਰਸਾਈਜ਼ ਵਿੱਚ ਤੁਹਾਡਾ ਸਵਾਗਤ ਹੈ। ਇਸ ਵੀਡੀਓ ਦੇ ਅੰਤ ਵਿੱਚ ਤੁਸੀਂ ਇਹ ਕਰ ਸਕੋਗੇ। ट्रांसफार्मर ते पोलैरिटी टेस्ट करना, दो सिंगल फेस ट्रांसफार्मर ਨੂੰ पैरेलल कनेक्ट करना, दो सिंगल फेस सैकेंडरी ट्रांसफार्मर ਨੂੰ सीरीज ਤੇ कनेक्ट करना। आओ ट्रांसफार्मर ਵਿੱਚ पोलैरिटी ਬਾਰੇ ਚਰਚਾ ਕਰੀਏ। पोलैरिटी ट्रांसफार्मर ਦੀ ਪ੍ਰਾਇਮਰੀ ਅਤੇ ਸੈਕੰਡਰੀ ਵਾਈਂਡਿੰਗ ਵਿੱਚ ਇੰਡਿਊਸਡ ਵੋਲਟੇਜ ਦੀ ਦਿਸ਼ਾ ਨੂੰ ਦਰਸਾਉਂਦੀ ਹੈ। ਸੈਕੰਡਰੀ ਵਾਈਂਡਿੰਗ ਵਿੱਚ ਇੰਡਿਊਸਡ ਵੋਲਟੇਜ ਦੀ ਦਿਸ਼ਾ ਨੂੰ ਦਰਸਾਉਂਦੀ ਹੈ। ਟਰਾਂਸਫਾਰਮਰ ਦੇ ਸਹੀ ਕਨੈਕਸ਼ਨ ਲਈ पोलैरिटी ਜਾਣਨਾ ਜ਼ਰੂਰੀ ਹੈ। ਦੋ ਸਿੰਗਲ ਫੇਸ ਟਰਾਂਸਫਾਰਮਰ ਨੂੰ ਪੈਰਲਲ ਕਰਨ ਦੀ ਜ਼ਰੂਰਤ। ਪਹਿਲਾ, ਜਦੋਂ ਲੋਡ ਦੇ ਪਾਵਰ ਦੀ ਮੰਗ ਵੱਧ ਜਾਂਦੀ ਹੈ ਜਾਂ ਦੋ ਤੋਂ ਵੱਧ ਟਰਾਂਸਫਾਰਮਰ ਪੈਰਲਲ ਚਲਾਏ ਜਾ ਸਕਦੇ ਹਨ। ਦੂਜਾ, ਜਦੋਂ ਪਾਵਰ ਦੀ ਮੰਗ ਘਟ ਜਾਂਦੀ ਹੈ ਤਾਂ ਸਿਰਫ ਰਿਕੁਆਇਰਡ ਨੰਬਰ ਵਿੱਚ ਟਰਾਂਸਫਾਰਮਰਸ ਨੂੰ ਉਹਨਾਂ ਦੀ ਫੁੱਲ ਲੋਡ ਕੈਪੈਸਿਟੀ ਨਾਲ ਆਪਰੇਟ ਕੀਤਾ ਜਾ ਸਕਦਾ ਹੈ, ਜਦਕਿ ਬਾਕੀ ਬਚੇ ਟਰਾਂਸਫਾਰਮਰ ਨੂੰ ਆਫ ਕਰਕੇ ਜਨਰਲ ਮੇਨਟੇਨੈਂਸ ਜਾਂ ਸਰਵਿਸ ਲਈ ਲਿੱਤਾ ਜਾ ਸਕਦਾ ਹੈ। ਤੀਜਾ, ਟਰਾਂਸਫਾਰਮਰ ਦੀ ਐਫੀਸ਼ੀਐਂਸੀ ਅਤੇ ਲਾਈਫ ਵਧਾਉਂਦਾ ਹੈ ਅਤੇ ਨੁਕਸਾਨ ਘਟ ਜਾਂਦਾ ਹੈ। ਚੌਥਾ, ਇੱਕ ਪਾਵਰ ਦੀ ਵਧਾਰੇ ਰਿਲਾਇਬਿਲਿਟੀ ਪ੍ਰਦਾਨ ਕਰਦਾ ਹੈ, ਜੋ ਕਿ ਭਾਵੇਂ ਇੱਕ ਟਰਾਂਸਫਾਰਮਰ ਫੇਲ ਹੋ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ, ਦੂਜੇ ਟਰਾਂਸਫਾਰਮਰ ਇੱਕ ਨਿਸ਼ਚਿਤ ਮਾਤਰਾ ਵਿੱਚ ਲੋਡ ਪ੍ਰਦਾਨ ਕਰੇਗਾ। ਪੰਜਵਾਂ, ਇੱਕ ਸਿੰਗਲ ਬਹੁਤਾ ਲਾਰਜ ਕੈਪੈਸਿਟੀ ਵਾਲਾ ਟਰਾਂਸਫਾਰਮਰ ਦਾ ਨਿਰਮਾਣ ਕਰਨਾ ਇਕਨੋਮਿਕਲੀ ਨਹੀਂ ਹੈ। ਇਸ ਤਰ੍ਹਾਂ ਦੋ ਜਾਂ ਵੱਧ ਆਪਟੀਮਲ ਕੈਪੈਸਿਟੀ ਵਾਲੇ ਟਰਾਂਸਫਾਰਮਰਸ ਨੂੰ ਪੈਰਲਲ ਚਲਾਉਣਾ ਕਾਫੀ ਇਕਨੋਮਿਕਲ ਹੈ। ਛੇਵਾਂ, ਟਰਾਂਸਫਾਰਮਰਸ ਲਈ ਮੇਨਟੇਨੈਂਸ ਸ਼ਡਿਊਲ ਬਣਾਉਣਾ ਆਸਾਨ ਹੈ। ਇਸ ਨਾਲ ਮੇਨਟੇਨੈਂਸ ਅਤੇ ਸਪੇਅਰਸ ਦੀ ਕਾਸਟ ਘਟ ਜਾਂਦੀ ਹੈ। ਟਰਾਂਸਫਾਰਮਰ ਤੇ ਪੋਲੈਰਿਟੀ ਟੈਸਟ ਕਰਨਾ। ਇੱਕ ਓਹਮ ਮੀਟਰ ਜਾਂ ਮਲਟੀਮੀਟਰ ਦੀ ਯੂਜ਼ ਕਰਕੇ ਦਿੱਤੇ ਟਰਾਂਸਫਾਰਮਰ ਵਿੱਚ LT ਅਤੇ HT ਟਰਮੀਨਲਸ ਦੀ ਪਹਿਚਾਣ ਕਰੋ। ਇੱਕ ਪੁਸ਼ ਬਟਨ ਸਵਿਚ ਥਰੂ DC ਸਪਲਾਈ ਨੂੰ HT ਨਾਲ ਕਨੈਕਟ ਕਰੋ ਅਤੇ ਵੋਲਟਮੀਟਰ ਨੂੰ LT ਨਾਲ ਕਨੈਕਟ ਕਰੋ, ਜਿਵੇਂ ਕਿ ਸਰਕਟ ਡਾਇਗ੍ਰਾਮ ਵਿੱਚ ਦਿਖਾਇਆ ਗਿਆ ਹੈ। HT ਟਰਮੀਨਲਸ ਨੂੰ A1 ਅਤੇ A2 ਵਜੋਂ ਮਾਰਕ ਕਰੋ। LT ਟਰਮੀਨਲਸ ਨੂੰ ਸਮਾਲ a1 ਅਤੇ ਸਮਾਲ a2 ਵਜੋਂ ਮਾਰਕ ਕਰੋ। ਪੁਸ਼ ਬਟਨ ਸਵਿਚ ਦਬਾਓ। LT ਸਾਈਡ ਤੇ ਵੋਲਟਮੀਟਰ ਦੇ ਪੁਆਇੰਟਰ ਤੇ ਡਿਫਲੈਕਸ਼ਨ ਦੇਖੋ। ਜੇ ਪੁਆਇੰਟਰ ਰਾਈਟ ਡਾਇਰੈਕਸ਼ਨ ਵਿੱਚ ਡਿਫਲੈਕਟ ਹੁੰਦਾ ਹੈ ਤਾਂ ਟਰਮੀਨਲਸ ਤੇ ਬਣੀ ਮਾਰਕਿੰਗ ਬਰਕਰਾਰ ਰੱਖੋ। LT ਟਰਮੀਨਲਸ ਨਾਲ ਬਣੇ ਵੋਲਟਮੀਟਰ ਕਨੈਕਸ਼ਨ ਬਦਲੋ ਅਤੇ LT ਟਰਮੀਨਲਸ ਤੇ ਬਣੀ ਮਾਰਕਿੰਗ ਬਦਲੋ ਜੇ ਡਿਫਲੈਕਸ਼ਨ ਰਿਵਰਸ ਡਾਇਰੈਕਸ਼ਨ ਵਿੱਚ ਹੈ। ਹੁਣ ਪੁਸ਼ ਬਟਨ ਸਵਿਚ ਨੂੰ ਇੱਕ ਵਾਰ ਫਿਰ ਦਬਾਓ ਅਤੇ ਦੇਖੋ ਕਿ ਵੋਲਟਮੀਟਰ ਰਾਈਟ ਡਾਇਰੈਕਸ਼ਨ ਵਿੱਚ ਡਿਫਲੈਕਟ ਹੋ ਰਿਹਾ ਹੈ। ਟਰਾਂਸਫਾਰਮਰ ਸੈਕੰਡਰੀ ਨੂੰ ਸੀਰੀਜ਼ ਵਿੱਚ ਕਨੈਕਟ ਕਰੋ। ਦੋਨੋਂ ਟਰਾਂਸਫਾਰਮਰ ਦੇ ਸੈਕੰਡਰੀ ਦੀਆਂ ਪੋਲੈਰਿਟੀ ਸਹੀ ਢੰਗ ਨਾਲ ਕਨੈਕਟ ਹੋਣੀ ਚਾਹੀਦੀਆਂ ਹਨ। ਇੱਕ ਸੀਰੀਜ਼ ਕਨੈਕਸ਼ਨ ਦੇ ਸੇਮ ਵੋਲਟੇਜ ਐਡ ਕਰਨ ਲਈ, ਨਹੀਂ ਤਾਂ ਆਉਟਪੁੱਟ ਵੋਲਟੇਜ 0 ਹੋ ਜਾਵੇਗਾ, ਕਿਉਂਕਿ ਆਉਟਪੁੱਟ ਵੋਲਟੇਜ ਇੰਡੀਵਿਜੂਅਲ ਸੈਕੰਡਰੀ ਵੋਲਟੇਜ ਨਾਲੋਂ ਡਬਲ ਹੈ। ਸੈਕੰਡਰੀ ਵਾਈਂਡਿੰਗਸ ਤੇ ਇਨਸੂਲੇਸ਼ਨ ਲੈਵਲ ਦਾ ਪਤਾ ਲਗਾਉਣ ਲਈ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਦੋ ਟਰਾਂਸਫਾਰਮਰ ਲਿਆਓ, ਟਰਾਂਸਫਾਰਮਰ 1 ਅਤੇ ਟਰਾਂਸਫਾਰਮਰ 2, ਜਿਨ੍ਹਾਂ ਨੂੰ ਸੀਰੀਜ਼ ਵਿੱਚ ਕਨੈਕਟ ਕੀਤਾ ਜਾਣਾ ਹੈ। ਇੱਕ ਓਹਮ ਮੀਟਰ ਜਾਂ ਮਲਟੀਮੀਟਰ ਦੀ ਯੂਜ਼ ਕਰਕੇ ਰੈਜ਼ਿਸਟੈਂਸ ਮਾਪ ਕੇ LT ਅਤੇ HT ਟਰਮੀਨਲਸ ਦੀ ਪਹਿਚਾਣ ਕਰੋ। ਦੋਨੋਂ ਟਰਾਂਸਫਾਰਮਰ ਵਿੱਚ ਪੋਲੈਰਿਟੀ ਦੀ ਜਾਂਚ ਕਰੋ ਅਤੇ ਪ੍ਰਾਇਮਰੀ ਸਾਈਡ ਤੇ A1 ਅਤੇ A2 ਅਤੇ ਸੈਕੰਡਰੀ ਸਾਈਡ ਤੇ ਸਮਾਲ a1 ਅਤੇ ਸਮਾਲ a2 ਤੇ ਮਾਰਕ ਕਰੋ। ਦੋਨੋਂ ਟਰਾਂਸਫਾਰਮਰ 1 ਅਤੇ ਟਰਾਂਸਫਾਰਮਰ 2 ਦੇ ਪ੍ਰਾਇਮਰੀ ਨੂੰ ਇਨਪੁੱਟ ਸਪਲਾਈ ਨਾਲ ਕਨੈਕਟ ਕਰੋ, ਜਿਵੇਂ ਕਿ ਸਰਕਟ ਡਾਇਗ੍ਰਾਮ ਵਿੱਚ ਦਿਖਾਇਆ ਗਿਆ ਹੈ। ਸੈਕੰਡਰੀ ਟਰਾਂਸਫਾਰਮਰ 1 ਦੇ A2 ਟਰਮੀਨਲਸ ਸੈਕੰਡਰੀ ਟਰਾਂਸਫਾਰਮਰ 2 ਦੇ A1 ਟਰਮੀਨਲਸ ਨਾਲ ਸੀਰੀਜ਼ ਵਿੱਚ ਜੋੜੋ, ਜਿਵੇਂ ਦਿਖਾਇਆ ਗਿਆ ਹੈ। ਸੀਰੀਜ਼ ਨਾਲ ਕਨੈਕਟ ਕੀਤੇ ਟਰਾਂਸਫਾਰਮਰ ਦੀ ਆਉਟਪੁੱਟ ਵੋਲਟੇਜ ਕ੍ਰਮਵਾਰ ਟਰਾਂਸਫਾਰਮਰ 1 ਅਤੇ ਟਰਾਂਸਫਾਰਮਰ 2 ਦੇ ਸਮਾਲ a1 ਅਤੇ ਸਮਾਲ a2 ਟਰਮੀਨਲਸ ਵਿੱਚ ਮਾਪੀ ਜਾਂਦੀ ਹੈ। ਇੱਕ ਸੀਰੀਜ਼ ਸਰਕਟ ਵਿੱਚ ਕਰੰਟ ਰੀਡਿੰਗ ਉਹੀ ਰਹੇਗੀ ਅਤੇ ਵੋਲਟੇਜ ਐਡਿਟਿਵ ਹੈ। ਵੋਲਟਮੀਟਰ ਦੀ ਯੂਜ਼ ਕਰਕੇ ਮਾਪੀ ਗਈ ਆਉਟਪੁੱਟ ਵੋਲਟੇਜ 230 ਵੋਲਟ ਦਿਖਾਉਂਦਾ ਹੈ, ਕਿਉਂਕਿ ਦੋਨੋਂ ਸੈਕੰਡਰੀ ਸਰਕਟ ਵਿੱਚ 115 ਵੋਲਟ ਹੁੰਦਾ ਹੈ। S1, S2 ਅਤੇ S3 ਸਵਿਚ ਨੂੰ ਬੰਦ ਕਰੋ।
ਪ੍ਰਾਇਮਰੀ ਵੋਲਟੇਜ V1 ਅਤੇ ਸੈਕੰਡਰੀ ਵੋਲਟੇਜ V2 ਨੂੰ ਮਾਪੋ ਅਤੇ ਉਹਨਾਂ ਨੂੰ ਟੇਬਲ ਵਿੱਚ ਰਿਕਾਰਡ ਕਰੋ। ਇਹ ਯਕੀਨੀ ਬਣਾਓ ਕਿ ਟਰਾਂਸਫਾਰਮੇਸ਼ਨ ਰੇਸ਼ੀਓ ਸੇਮ ਹੈ। S3, S2 ਅਤੇ S1 ਖੋਲ੍ਹ ਕੇ ਟਰਾਂਸਫਾਰਮਰ ਡਿਸਕਨੈਕਟ ਕਰੋ। ਟਰਾਂਸਫਾਰਮਰ ਨੂੰ ਪੈਰਲਲ ਕਨੈਕਟ ਕਰੋ। ਦੋ ਸਿੰਗਲ ਫੇਸ ਟਰਾਂਸਫਾਰਮਰ ਨੂੰ ਪੈਰਲਲ ਜੋੜਨ ਦੀਆਂ ਸ਼ਰਤਾਂ। ਵੋਲਟੇਜ ਰੇਸ਼ੀਓ ਸਮਾਨ ਹੋਣੀ ਚਾਹੀਦੀ ਹੈ। ਇਨਪੁਟ ਵੋਲਟੇਜ ਸਮਾਨ ਹੋਣੀ ਚਾਹੀਦੀ ਹੈ। ਪਰ ਯੂਨਿਟ ਜਾਂ ਪਰਸੈਂਟੇਜ ਸਮਾਨ ਇੰਪੀਡੈਂਸ। ਦੋਨੋਂ ਟਰਾਂਸਫਾਰਮਰ ਦੀਆਂ ਸਮਾਨ ਪੋਲੈਰਿਟੀਜ਼। ਟੇਬਲ ਵਿੱਚ ਦੋਨੋਂ ਟਰਾਂਸਫਾਰਮਰ 1 ਅਤੇ 2 ਦੀ ਨੇਮ ਪਲੇਟ ਦੀ ਡਿਟੇਲਸ ਪੜ੍ਹੋ ਅਤੇ ਰਿਕਾਰਡ ਕਰੋ। ਦਿੱਤੇ ਗਏ 2 ਟਰਾਂਸਫਾਰਮਰਸ ਦੀ ਪੋਲੈਰਿਟੀ ਦਾ ਪਤਾ ਲਗਾਓ। ਡਾਇਗ੍ਰਾਮ ਦੇ ਅਨੁਸਾਰ ਸਵਿਚ, ਟਰਾਂਸਫਾਰਮਰਸ ਅਤੇ ਮੀਟਰ ਕਨੈਕਟ ਕਰੋ। ਟਰਾਂਸਫਾਰਮਰ TR1 ਅਤੇ TR2 ਦੀ A1 ਅਤੇ A2 ਪ੍ਰਾਇਮਰੀ ਸਾਈਡਸ ਨੂੰ ਕ੍ਰਮਵਾਰ S2 ਅਤੇ S3 ਸਵਿਚ ਰਹੇ 240 ਵੋਲਟਸ 50 ਹਰਟਜ਼ AC ਸਪਲਾਈ ਨਾਲ ਕਨੈਕਟ ਕਰੋ ਅਤੇ ਟਰਾਂਸਫਾਰਮਰਸ TR1 ਅਤੇ TR2 ਦੀ A1 ਅਤੇ A2 ਸੈਕੰਡਰੀ ਸਾਈਡਸ ਨੂੰ ਆਉਟਪੁੱਟ ਟਰਮੀਨਲਸ ਨਾਲ ਕਨੈਕਟ ਕਰੋ। ਸਾਰੇ ਸਵਿਚਸ ਓਪਨ ਰੱਖੋ। ਇਹ ਯਕੀਨੀ ਬਣਾਓ ਕਿ ਟਰਾਂਸਫਾਰਮਰਸ ਪੈਰਲਲ ਕਨੈਕਸ਼ਨ ਲਈ ਇੱਕੋ ਜਿਹਾ ਹੈ। S1 ਅਤੇ S2 ਸਵਿਚ ਬੰਦ ਕਰਦੇ ਹੋਏ ਟਰਾਂਸਫਾਰਮਰ TR1 ਨੂੰ ਬਸ ਬਾਰ ਨਾਲ ਕਨੈਕਟ ਕਰੋ। ਪ੍ਰਾਇਮਰੀ ਵੋਲਟੇਜ V1 ਮਾਪੋ ਅਤੇ ਇਸ ਨੂੰ ਟੇਬਲ ਵਿੱਚ ਰਿਕਾਰਡ ਕਰੋ। TR1 ਦੀ ਸੈਕੰਡਰੀ ਵੋਲਟੇਜ ਦੀ ਜਾਂਚ ਕਰੋ ਅਤੇ ਇਸ ਨੂੰ ਟੇਬਲ ਵਿੱਚ ਰਿਕਾਰਡ ਕਰੋ। ਸਵਿਚ S3 ਬੰਦ ਕਰੋ। ਟਰਾਂਸਫਾਰਮਰ TR2 ਦੀ ਸੈਕੰਡਰੀ ਵੋਲਟੇਜ ਦੀ ਜਾਂਚ ਕਰੋ ਅਤੇ ਇਸ ਨੂੰ ਰਿਕਾਰਡ ਕਰੋ। S4 ਅਤੇ S5 ਸਵਿਚ ਬੰਦ ਕਰੋ। ਸੈਕੰਡਰੀ ਬਸ ਬਾਰ ਵੋਲਟੇਜ ਮਾਪੋ ਅਤੇ ਇਸ ਨੂੰ ਰਿਕਾਰਡ ਕਰੋ। ਇੱਕ ਪੈਰਲਲ ਸਰਕਟ ਵਿੱਚ ਕਰੰਟ ਦੀ ਰੇਟਿੰਗ ਐਡਿਟਿਵ ਹੈ ਅਤੇ ਵੋਲਟੇਜ ਸਮਾਨ ਰਹਿੰਦੀਆਂ ਹੈ। ਵੋਲਟੇਜ ਦੀ ਵਰਤੋਂ ਕਰਕੇ ਮਾਪੇ ਗਏ ਆਉਟਪੁੱਟ ਵੋਲਟੇਜ 115 ਵੋਲਟਸ ਦਿਖਾਉਂਦਾ ਹੈ ਕਿਉਂਕਿ ਦੋਨੋਂ ਸੈਕੰਡਰੀ ਸਰਕਟ ਵਿੱਚ 115 ਵੋਲਟਸ ਹੁੰਦਾ ਹੈ। ਸਾਰੇ ਸਵਿਚਸ ਬੰਦ ਕਰੋ ਅਤੇ ਦੋਨੋਂ ਟਰਾਂਸਫਾਰਮਰਸ ਡਿਸਕਨੈਕਟ ਕਰੋ। ਕੰਕਲੂਜਨ: ਟਰਾਂਸਫਾਰਮਰਸ ਦੀ ਸੈਕੰਡਰੀ ਵੋਲਟੇਜ ਜੋੜੋ ਸੀਰੀਜ਼ ਵਿੱਚ ਕਨੈਕਟ ਕੀਤੀ ਜਾਂਦੀ ਹੈ ਤਾਂ ਉਸ ਦੀ ਐਡਿਟਿਵ ਪ੍ਰਭਾਵ ਹੁੰਦਾ ਹੈ। ਟਰਾਂਸਫਾਰਮਰ ਦੀ ਸੈਕੰਡਰੀ ਵੋਲਟੇਜ ਜੋੜੋ ਪੈਰਲਲ ਕਨੈਕਟ ਕੀਤੀ ਜਾਂਦੀ ਹੈ ਤਾਂ ਉਸ ਤੇ ਸੇਮ ਪ੍ਰਭਾਵ ਹੁੰਦਾ ਹੈ। ਮੈਨੂੰ ਉਮੀਦ ਹੈ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਇਹ ਕਰ ਸਕੋਗੇ। ਟਰਾਂਸਫਾਰਮਰ ਤੇ ਪੋਲੈਰਿਟੀ ਟੈਸਟ ਕਰਨਾ, 2 ਸਿੰਗਲ ਫੇਸ ਟਰਾਂਸਫਾਰਮਰ ਨੂੰ ਪੈਰਲਲ ਕਨੈਕਟ ਕਰਨਾ, 2 ਸਿੰਗਲ ਫੇਸ ਸੈਕੰਡਰੀ ਟਰਾਂਸਫਾਰਮਰ ਨੂੰ ਸੀਰੀਜ਼ ਵਿੱਚ ਕਨੈਕਟ ਕਰਨਾ। 2 ਸਿੰਗਲ ਫੇਸ ਟਰਾਂਸਫਾਰਮਰ ਤੇ ਸੀਰੀਜ਼ ਅਤੇ ਪੈਰਲਲ ਆਪਰੇਸ਼ਨ ਕਿਵੇਂ ਕਰਨਾ ਹੈ ਇਸ ਬਾਰੇ ਐਕਸਰਸਾਈਜ਼ ਖਤਮ ਹੁੰਦੀ ਹੈ। ਤੁਹਾਡਾ ਧੰਨਵਾਦ। ਅਗਲੇ ਐਕਸਰਸਾਈਜ਼ ਵਿੱਚ ਮਿਲਦੇ ਹਾਂ।